ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਵੱਡੀਆਂ ਖਬਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਉਹ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਉਹ ਖਬਰਾਂ ਸੰਬੰਧਿਤ ਹੋਣ, ਵੱਡੀਆਂ ਖਬਰਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਦੀਪਕ ਜੀ, ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਕਹਿੰਦੇ ਕਿ ਬੀਜੇਪੀ ਤੇ ਅਕਾਲੀ ਦਲ ਦਾ ਮੁੜ ਤੋਂ ਗੱਠਜੋੜ ਹੋਣ ਜਾ ਰਿਹਾ ਹੈ। ਕਹਿੰਦੇ ਕਿ ਜੇਕਰ ਗੱਠਜੋੜ ਹੁੰਦਾ ਹੈ ਤਾਂ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਨਿਭਾਏਗਾ। ਬਿਲਕੁਲ ਜੀ, ਗੱਠਜੋੜ ਤਾਂ ਹੋਣ ਦੀ ਸੰਭਾਵਨਾ ਹੈਗੀ ਆ ਜੀ, ਪਰ ਵੱਡਾ ਭਰਾ ਕੌਣ ਹੋਊਗਾ ਮਲੂਕਾ ਜੀ ਦੇ ਅਨੁਸਾਰ ਨਹੀਂ ਹੋਣਾ ਜੀ। ਬੀਜੇਪੀ ਹੁਣ ਆਪਣੀਆਂ ਸ਼ਰਤਾਂ ਤੇ ਇਹਨਾਂ ਨੂੰ ਮਨਾਊਗੀ। ਜਿਸ ਕਦਰ ਮਤਲਬ ਕਿ ਇਹਨਾਂ ਦੋਵਾਂ 'ਚ ਤਣਾਅ ਵਧਿਆ, ਜਿਸ ਕਦਰ ਦੋਵਾਂ ਪਾਰਟੀਆਂ ਅੱਡ ਹੋਈਆਂ ਜੀ, ਤੇ ਉਸ ਤੋਂ ਬਾਅਦ ਅੱਜ ਜਿਹੜੀ ਸਥਿਤੀ ਦੇ ਵਿੱਚ ਅਕਾਲੀ ਦਲ ਹੈ ਜੀ, ਉਸ ਸਥਿਤੀ ਦੇ ਵਿੱਚ ਭਾਜਪਾ ਇਹਨਾਂ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰੇਗੀ ਔਰ ਹਾਵੀ ਹੋ ਸਕਦੀ ਹੈ। ਅਕਾਲੀ ਦਲ ਮਤਲਬ ਕਿ ਇੱਕ ਸਮੇਂ ਅਜਿਹਾ ਬੀਜੇਪੀ ਦੇ ਜਾਲ 'ਚ ਫਸਿਆ ਸੀਗਾ ਕਿ ਪੂਰਾ ਪੰਜਾਬ, ਪੂਰਾ ਆਵਾਮ, ਪੰਥਕ ਧਿਰਾਂ ਅਕਾਲੀ ਦਲ ਨਾਲ ਜੁੜੇ ਨੁਮਾਇੰਦੇ ਕਹਿੰਦੇ ਸੀ ਕਿ ਭਾਈ ਛਡਾ ਲਓ ਆਪਣੀ ਕੰਬਲੀ, ਜੇ ਛਡਾ ਹੁੰਦੀ ਹੈ ਬੀਜੇਪੀ ਦੇ ਹੱਥੋਂ, ਨਹੀਂ ਤੁਹਾਡਾ ਕੁਝ ਨਹੀਂ ਬਚਣਾ। ਤੇ ਹੋਇਆ ਵੀ ਇਹੀ। ਇਹਨਾਂ ਦੇ ਰਾਜ ਦੇ ਵਿੱਚ ਅਜਿਹਾ ਮਾਫੀਆ ਰਾਜ ਦੇ ਦਾਗ ਲੱਗੇ, ਚਾਹੇ ਉਹ ਬੇਅਦਬੀ ਵਾਲੇ ਮਾਮਲੇ ਵਾਪਰੇ, ਚਾਹੇ ਉਹ ਮਾਈਨਿੰਗ ਮਾਫੀਆ ਵਾਲਾ ਕੰਮ ਹੋਇਆ, ਚਾਹੇ ਉਹ ਸਿੱਖਿਆ ਮਾਫੀਆ, ਚਾਹੇ ਕੇਬਲ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ। ਸਾਰਾ ਕੁਝ ਹੋਇਆ ਕਦੋਂ? ਜਦੋਂ ਪੰਜਾਬ 'ਚ ਅਕਾਲੀ ਬੀਜੇਪੀ ਦੀ ਸਰਕਾਰ ਸੀ। ਤੇ ਜਦ ਵੀ ਅਕਾਲੀ ਦਲ ਕਹਿੰਦਾ ਸੀ ਅਸੀਂ ਬੜੇ ਭਾਈ ਆ, ਫਿਰ ਬੀਜੇਪੀ ਵਾਲੇ ਕਹਿੰਦੇ ਦਾਗ ਵੀ ਸਾਰੇ ਤੁਸੀਂ ਲਵਾਓ। ਉਹ ਤਾਂ ਕਹਿੰਦੇ ਜੀ ਮਤਲਬ ਸਰਕਾਰ 'ਚ ਹੁੰਦਿਆਂ ਹੋਇਆਂ ਵੀ ਬੀਜੇਪੀ ਇਹ ਦੱਸ ਰਹੀ ਹੈ ਕਿ ਸਾਰਾ ਕੁਝ ਅਕਾਲੀਆਂ ਦੇ ਟਾਈਮ 'ਚ ਉਹ ਵੀ ਇਹੀ ਕਹਿ ਰਹੀ ਹੈ ਕਿ ਜੇ ਤੁਸੀਂ ਵਿੱਚ ਗੱਠਜੋੜ ਚੋਂ ਪਾਈ ਵਾਲੋ ਤਾਂ ਬੀਜੇਪੀ ਉਨੀ ਓ ਜ਼ਿੰਮੇਵਾਰ ਉਹਨਾਂ ਦੌਰ 'ਚ ਜੋ ਕੁਝ ਵਾਪਰਿਆ। ਪਰ ਬੀਜੇਪੀ ਆਪਣਾ ਪੱਲਾ ਬਚਾਉਂਦੀ ਰਹੀ ਤੇ ਦਾਗ ਸਾਰੇ ਇੱਧਰ ਹੀ ਲੱਗੇ। ਤੇ ਜਦੋਂ 3 ਖੇਤੀ ਕਾਨੂੰਨ ਦਾ ਮਾਮਲਾ ਆਇਆ ਤਦ ਵੀ ਤੋਮਰ ਜੀ ਦੀਆਂ ਚਿੱਠੀਆਂ ਲਿਖਾ ਲੋਕਾਂ ਨੂੰ ਦਿਖਾਉਂਦੇ ਸੀ ਸੁਖਬੀਰ ਬਾਦਲ ਜੀ ਕਿ ਕਾਨੂੰਨ ਤਾਂ ਬਹੁਤ ਸੋਹਣੇ ਨੇ, ਇਹ ਤਾਂ ਕਮਾਲ ਹੋ ਜੂ। ਆ ਦੇਖੋ ਤੋਮਰ ਜੀ ਨੇ ਗਰੰਟੀ ਦਿੱਤੀ ਆ ਸਾਨੂੰ। ਤੇ ਮਸਲਾ ਪੰਜਾਬ ਦੀ ਕਿਸਾਨੀ ਦਾ ਫਿਕਰ ਨਹੀਂ ਸੀ, ਮਸਲਾ ਆਪਣੀ ਜਨਾਨੀ ਦੀ ਕੁਰਸੀ ਦਾ ਸੀ। ਸੁਖਬੀਰ ਬਾਦਲ ਸਾਹਿਬ ਨੂੰ ਲੱਗਦਾ ਸੀਗਾ ਕਿਤੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਨਾ ਚੱਲ ਜਾਵੇ, ਉਹ ਬਚਾਉਣੀ ਆ। ਜਿਹੜੀ ਬਾਦਲ ਸਾਹਿਬ ਨੇ ਝੋਲੀ ਅੱਡ ਕੇ ਦੁਬਾਰਾ ਲਈ ਸੀ ਕਿ ਜੀ ਮੇਰੀ ਇੱਕ ਤਮੰਨਾ ਹੈ ਮੋਦੀ ਸਾਹਿਬ ਕਿ ਇਸ ਧਰਤੀ ਤੋਂ ਜਾਣ ਤੋਂ ਪਹਿਲਾਂ ਆਪਣੀ ਨੂੰਹ ਨੂੰ ਮੰਤਰੀ ਦੇਖ ਲਵਾਂ। ਤੇ ਉਹ ਸਥਿਤੀਆਂ 'ਚੋਂ ਲਈਆਂ ਮੰਤਰੀ ਦੀਆਂ ਕੁਰਸੀਆਂ ਨਾਲ ਚੱਲ ਜਾਣ, ਇਸ ਲਈ ਤੋਮਰ ਦਾ ਵੀ ਪੱਖ ਪੂਰੇ ਸੀ, ਗਲਤ 3 ਖੇਤੀ ਕਾਨੂੰਨਾਂ ਦਾ ਪੱਖ ਵੀ ਪੂਰੇ ਸੀ। ਪਰ ਜਦੋਂ ਪੰਜਾਬ 'ਚ ਹਵਾ ਵਗੀ ਕਿ ਸਾਰਾ ਅਕਾਲੀ ਦਲ ਬਾਗੀ ਹੋ ਗਿਆ, ਲੋਕ ਬਾਗੀ ਹੋ ਕੇ ਦੇਖਿਆ ਕਿ ਸਾਰਾ ਕੁਝ ਹੱਥੋਂ ਜਾ ਰਿਹਾ, ਫਿਰ ਟਰੈਕਟਰ ਤੇ ਵੀ ਚੜ੍ਹ ਗਏ ਆਦਮੀ ਤੇ ਵੀ। ਫਿਰ ਦੋਵਾਂ ਨੇ ਟਰੈਕਟਰ ਵੀ ਚਲਾਉਣਾ ਸ਼ੁਰੂ ਕਰਤਾ ਕਿ ਨਾ ਜੀ ਨਾ, ਅਸੀਂ ਕਿਸਾਨਾਂ ਦੇ ਨਾਲ ਆ ਤੇ ਅਸੀਂ ਜੀ ਗੱਠਜੋੜ ਤੋੜਦੇ ਹਾਂ, ਨੋ ਮਾਸਾ ਰਸਤਾ ਤੋੜਦੇ ਹਾਂ। ਤੇ ਪਰ ਉਦਣ ਦੀ ਨੀਂਦ ਨਹੀਂ ਆਈ ਇਸ ਟੱਬਰ ਨੂੰ। ਉਦਣ ਦੀ ਅਕਾਲੀ ਦਲ ਦੇ ਮੁਖੀਆਂ ਦੀ ਨੀਂਦ ਉੜੀ ਆ ਕਿ ਸਾਡੇ ਕੋਲ ਬਚਿਆ ਹੀ ਕੁਝ ਨਹੀਂ। ਨਾ ਤਾਂ 3 ਖੇਤੀ ਕਾਨੂੰਨਾਂ ਦੇ ਹੱਕ 'ਚ ਖੜਨ ਦੇ ਬਾਵਜੂਦ ਮਤਲਬ ਕਿ ਸਰਕਾਰ ਦੇ ਨਾਲ ਰਹੇ, ਤੇ ਜਦੋਂ ਵਿਰੋਧ 'ਚ ਆ ਗਏ ਤਾਂ ਵੀ ਪੰਜਾਬ ਵੀ ਨਾਲ ਨਹੀਂ ਆਇਆ। ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ। ਹੁਣ ਜਾਈਏ ਕਿੱਧਰ? ਇਸ ਲਈ ਉਹ ਮੁੜਨਾ ਚਾਹੁੰਦੇ ਨੇ। ਪਰ ਦੋਹਰਾ ਚਰਿੱਤਰ ਦੇਖੋ ਅਕਾਲੀ ਦਲ ਦਾ, ਖਾਸ ਕਰ ਅਕਾਲੀ ਦਲ ਦਾ ਇੱਥੇ ਮਤਲਬ ਹੁਣ ਬਾਦਲ ਪਰਿਵਾਰ ਆ। ਚਰਿੱਤਰ ਦੇਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ। ਚੋਣ ਦੇ ਵਿੱਚ ਬੀਬੀ ਜਗੀਰ ਕੌਰ ਇਹਨਾਂ ਦੇ ਪਾਲੇ ਚੋਂ ਨਿਕਲ ਕੇ ਬਾਗੀ ਹੁੰਦੀ ਹੈ। ਉਹ ਬੀਬੀ ਜਗੀਰ ਕੌਰ ਜਿਹੜੀ ਕਹਿੰਦੀ ਵੱਡੇ ਬਾਦਲ ਸਾਹਿਬ ਆਪਣੇ ਨੂੰਹ ਪੁੱਤ ਨਾਲੋਂ ਮੈਨੂੰ ਵੱਧ ਪਿਆਰ ਕਰਦੇ ਸੀ, ਉਹ ਬੀਬੀ ਬਾਗੀ ਹੁੰਦੇ। ਤਾਂ ਕਹਿੰਦੇ ਬੀਬੀ ਤਾਂ RSS ਨੇ ਖੜੀ ਕੀਤੀ ਹੈ, ਬੀਬੀ ਤਾਂ ਭਾਜਪਾ ਨੇ ਖੜੀ ਕੀਤੀ ਹੈ। ਤੁਸੀਂ ਅਸੀਂ ਇਹ ਸਵਾਲ ਖੜਾ ਕਰੀਏ ਤਾਂ ਸਮਝ ਆਉਂਦਾ ਬਾਦਲ ਟੱਬਰ ਖੜਾ ਕਰੇ ਜਿਹੜਾ ਆਪ ਦੁਬਾਰਾ ਉਹਨਾਂ ਦੀ ਝੋਲੀ 'ਚ ਡਿੱਗਣ ਨੂੰ ਫਿਰਦਾ। ਤੇ ਕਹਿੰਦੇ ਜੀ ਬੀਬੀ ਜਗੀਰ ਕੌਰ ਤਾਂ ਉੱਧਰ ਹੈ। ਠੀਕ ਹੈ ਜੀ, ਬੀਬੀ ਜਗੀਰ ਕੌਰ ਉੱਧਰ ਹੈ ਤੇ ਤੁਸੀਂ ਕਿੱਧਰੋਂ ਭਾਈ? ਫਿਰ ਹੁਣ ਕੱਲ ਇੱਕੋ ਸਮੇਂ 'ਚ 2 ਘਟਨਾਵਾਂ ਤੇ ਇੱਥੋਂ ਜਿਹੜਾ ਇਹਨਾਂ ਦਾ ਚਿੱਤਰਨ ਚਿਹਰਾ ਬੇਨਕਾ ਹੁੰਦਾ। ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਚਿੱਠੀ RSS ਨੂੰ ਕੱਲ ਲਿਖੀ ਗਈ। ਉਹ ਚਿੱਠੀ ਨੂੰ ਮੀਡੀਆ ਦੇ ਸਾਹਮਣੇ ਨਵੇਂ ਚੁਣੇ ਗਏ ਜਨਰਲ ਸਕੱਤਰ ਸਾਹਿਬ ਨੇ ਲਿਆਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਹੈ। ਸਥਾਪਨਾ ਦਿਵਸ ਤੇ RSS ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖੀ ਜਾਂਦੀ ਆ ਕਿ ਜੀ ਭਾਗਵਤ ਸਾਹਿਬ RSS ਵੀ ਔਰ BJP ਵੀ ਪੰਥਕ ਮਸਲਿਆਂ 'ਚ ਦਖਲਅੰਦਾਜ਼ੀ ਕਰ ਰਹੀ ਆ। ਤੇ ਜੇ ਉਹ ਦਖਲਅੰਦਾਜ਼ੀ ਕਰ ਰਹੀ ਹੈ ਤੁਸੀਂ ਤਾਂ ਵਿੱਚ ਵੜਨ ਨੂੰ ਫਿਰਦੇ ਹੋ। ਫਿਰ ਦੁਬਾਰਾ ਪਹਿਲੀ ਗਲਤੀ ਤੋਂ ਅਕਲ ਨਹੀਂ ਆਈ। ਮਲੂਕਾ ਸਾਹਿਬ ਇਕੱਲੇ ਦੂਏ ਪਾਸੇ ਅਨੰਦਪੁਰ ਸਾਹਿਬ 'ਚ ਖੜ ਕੇ ਕਹਿ ਰਹੇ ਨੇ ਕਿ ਗੱਠਜੋੜ ਤਾਂ ਸਿਰਫ BJP ਨਾਲ ਹੀ ਹੋ ਸਕਦਾ ਸਾਡਾ, ਅਸੀਂ ਹੋਰ ਕਿਸੇ ਨਾਲ। ਫਿਰ ਇਹਦਾ ਮਤਲਬ ਸ਼੍ਰੋਮਣੀ ਕਮੇਟੀ ਦੇ ਸਮੇਂ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਹੋਰਾਂ ਦਾ ਇਹ ਕਹਿਣਾ, ਚੋਣਾਂ ਜਿੱਤਣ ਤੋਂ ਬਾਅਦ ਧਾਮੀ ਸਾਹਿਬ ਦਾ ਇਹ ਕਹਿਣਾ ਕਿ ਅਸੀਂ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਚੱਲਾਂਗੇ, ਹੁਣ ਭਾਜਪਾਈ ਵਾਲੇ ਪੰਥਕ ਹੋ ਗਏ ਜਾਂ ਪਹਿਲਾਂ ਪੰਥਕ ਸੀ? ਮਲੂਕਾ ਸਾਹਿਬ ਕਹਿੰਦੇ
ਅਸੀਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰ ਸਕਦੇ ਸਿਵਾਏ ਬੀਜੇਪੀ ਤੋਂ। ਸਿਰਫ ਭਾਜਪਾ ਨਾਲ ਅਕਾਲੀ ਦਲ ਗੱਠਜੋੜ ਕਰ ਸਕਦਾ ਹੈ। ਕਿਉਂਕਿ ਮਲੂਕਾ ਸਾਹਿਬ ਨੂੰ ਕਿੰਨੀ ਵਾਰ ਸੁਖਬੀਰ ਬਾਦਲ ਨੇ ਬਾਂਹ ਫੜ ਕੇ ਰੋਕਿਆ ਦੱਸ ਦੇਣ, ਚੰਦੂ ਮਾਜਰਾ ਸਾਹਿਬ ਨੂੰ ਕਿੰਨੀ ਵਾਰ ਰੋਕਿਆ ਬਾਂਹ ਫੜ ਕੇ ਦੱਸ ਦੇਣ। ਦਿੱਲੀ ਦੇ ਵਿੱਚ ਭਾਜਪਾ ਦੇ ਕਿਹੜੇ ਲੀਡਰਾਂ ਦੇ ਘਰਾਂ 'ਚ ਬੈਠਕਾਂ ਕਰਕੇ ਕੀ ਲੋਕਾਂ ਨੂੰ ਪਤਾ ਨਹੀਂ? ਤੇ ਕਦੋਂ ਜਾਣ ਦੀ ਕੋਸ਼ਿਸ਼ ਕੀਤੀ, ਕਦੋਂ ਮਨਾਇਆ ਗਿਆ ਪਤਾ ਨਹੀਂ। ਸੋ ਇਸ ਲਈ ਇਹ ਸਾਰੀਆਂ ਧਿਰਾਂ ਉਧਰ ਨੂੰ ਜਾਣ ਲਈ ਕਾਹਲੀਆਂ ਨੇ। ਤੇ ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਨੇ ਵਿਕਰਮ ਮਜੀਠੀਆ ਹਰਸਿਮਰਤ ਸਣੇ ਵੀ ਉਧਰ ਜਾ ਸਕਦੇ ਨੇ। ਤੇ ਫਿਰ ਅਗਲੇ ਕਹਿੰਦੇ ਜੇ ਉਹਨਾਂ ਨੇ ਜਾਣਾ ਤਾਂ ਮਗਰੇ ਸੁਖਬੀਰ ਵੀ ਜਾ ਸਕਦੇ ਨੇ। ਫਿਰ ਮੁੜ ਕੇ ਬਾਦਲ ਸਾਹਿਬ ਗੱਠਜੋੜ ਵਾਲੇ ਪਾਸੇ ਜਾ ਸਕਦੇ ਨੇ। ਪਰ ਹੁਣ ਮਲੂਕਾ ਸਾਹਿਬ ਦੇ ਇਹ ਬੋਲ ਕਿ ਹੁਣ ਅਸੀਂ ਬੜੇ ਭਰਾ ਹੋਵਾਂਗੇ ਭੁੱਲ ਜਾਣ। ਜੇ ਗੱਠਜੋੜ ਦੁਬਾਰਾ ਹੋਇਆ ਤਾਂ ਬੀਜੇਪੀ ਬੜੇ ਭਰਾ ਦੀ ਭੂਮਿਕਾ 'ਚ ਹੋਊਗੀ ਔਰ ਉਹ ਤੁਹਾਨੂੰ 2024 'ਚ ਨਜ਼ਰ ਆ ਜਾਊਗਾ। 13 ਸੀਟਾਂ ਨੇ ਜੀ ਲੋਕ ਸਭਾ ਦੀਆਂ, ਤੇ 13 ਦਾ ਅੱਧ ਮੇਰਾ ਖਿਆਲ 6.5 ਹੁੰਦਾ, ਤੇ 6.5 ਸੀਟਾਂ ਤੇ ਲੜ ਨਹੀਂ ਸਕਦੇ ਜੇ ਬਰਾਬਰ ਵੀ ਲੜਨਾ ਹੋਵੇ। ਬਿਲਕੁਲ। ਫਿਰ ਇੱਕ ਨੂੰ ਤਾਂ 7 ਤੇ ਲੜਨਾ ਹੀ ਪਊਗਾ ਜੀ, ਜਾਂ ਫਿਰ ਤੀਆ ਭਾਈਵਾਲ ਲਿਆਉਣਾ ਪਊਗਾ। ਜੇ ਬਰਾਬਰ ਤੇ ਲੜਨਾ ਕਿ ਇੱਕ ਸੀਟ ਕਿਸੇ ਹੋਰ ਨੂੰ ਦੇ ਦਿਓ ਭਾਈ, ਆਪਾਂ ਬਾਕੀਆਂ ਤੇ ਲੜ ਲਈਏ 6 ਤੇ। ਸੋ ਇਸ ਲਈ ਇਸ ਸਥਿਤੀ ਦੇ ਵਿੱਚ ਬੀਜੇਪੀ ਹੁਣ ਲੋਕ ਸਭਾ ਸੀਟਾਂ 'ਚ ਵੀ ਵੱਧ ਸੀਟਾਂ ਭਾਲੂਗੀ। ਹੋ ਸਕਦਾ ਉਹ ਇਹਨਾਂ ਨਾਲ ਜਾਵੇ ਹੀ ਨਾ, ਇਹਨਾਂ ਨੂੰ ਛੱਡ ਕੇ ਬਾਕੀ ਅਕਾਲੀ ਦਲਾਂ ਨੂੰ ਨਾਲ ਲਾ ਲਵੇ, ਜਿਵੇਂ ਢੀਂਡਸੇ ਹੋਣੀ ਪਹਿਲਾਂ ਹੀ ਗੋਦੀ 'ਚ ਬੈਠੇ ਨੇ। ਸੋ ਇਸ ਲਈ ਬੀਬੀ ਜਗੀਰ ਕੌਰ ਬਾਂਹ ਫੜਨ ਨੂੰ ਤਿਆਰ ਆ। ਉਹ ਸਿੱਧੀ ਫੜਨੀ ਹੈ ਕਿ ਬਾਇਆ ਫੜਨੀ ਹੈ ਪਤਾ ਨਹੀਂ, ਪਰ ਇਸ ਲਈ ਅਕਾਲੀ ਦਲ ਮੁੜ ਕੇ ਬੀਜੇਪੀ ਦੇ ਪੈਰਾਂ 'ਚ ਪੈਣ ਲਈ ਅੱਜ ਇੱਕ ਪਾਸੇ ਸ਼੍ਰੋਮਣੀ ਕਮੇਟੀ ਦਾ ਇਹ ਹਵਾਲਾ ਕਿ ਜੀ ਆਰਐਸਐਸ ਦਖਲਅੰਦਾਜ਼ੀ ਕਰਦੀ। ਆਰਐਸਐਸ ਉਸ ਦਿਨ ਵੀ ਦਖਲਅੰਦਾਜ਼ੀ ਕਰਦੀ ਸੀ ਜਦੋਂ ਤੁਸੀਂ ਅਕਾਲੀ ਦਲ ਦੇ ਨਾਲ ਸੀ, ਗੱਠਜੋੜ ਸੀ, ਤਦ ਵੀ ਉਹਦੀ ਦਖਲਅੰਦਾਜ਼ੀ ਸੀ, ਤਦ ਨਹੀਂ ਬੋਲੇ। ਜਦੋਂ ਉਹਨਾਂ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ, ਕਿਤਾਬਾਂ ਦੇ ਵਿੱਚ ਉਲਥਾ ਕਰਕੇ ਨਵੇਂ ਚੀਜ਼ਾਂ ਜੋੜ ਕੇ ਸਾਹਮਣੇ ਲਿਆਂਦੀਆਂ, ਤਦ ਕਿਉਂ ਨਹੀਂ ਰੋਸਾ ਪ੍ਰਗਟਾਇਆ? ਜਦੋਂ ਪੰਜਾਬ ਦੇ ਸਿਲੇਬਸਾਂ ਨੂੰ ਬਦਲਿਆ, ਪੰਜਾਬ ਦੇ ਇਤਿਹਾਸ ਨੂੰ ਬਦਲਿਆ, ਪੰਜਾਬ ਦੇ ਕਿਤਾਬਾਂ 'ਚੋਂ ਚੇਤਨਤਾ ਵਾਲੇ ਲੇਖਕ ਹਟਾਏ, ਉਹਨਾਂ ਦੀ ਜੀਵਨੀਆਂ ਹਟਾਈਆਂ, ਤਦ ਨਹੀਂ ਬੋਲੇ। ਬਿਲਕੁਲ। ਸੋ ਇਸ ਲਈ ਉਸ ਸਮੇਂ ਕੁਰਸੀਆਂ ਦਿਖਦੀਆਂ ਸੀ ਤੇ ਹੁਣ ਵੀ ਕੁਰਸੀਆਂ ਦਿਖਦੀਆਂ ਨੇ। ਉਹ ਕੁਰਸੀਆਂ ਮੁੜ ਕੇ ਹਾਸਲ ਕਰਨਾ ਚਾਹੁੰਦੇ ਨੇ। ਉਹਦੇ ਲਈ ਪੰਜਾਬ ਢੱਠੇ ਕੁਝ ਪਵੇ, ਇੱਕ ਵਾਰ ਬੀਜੇਪੀ ਦੀ ਝੋਲੀ 'ਚ ਅਸੀਂ ਦੁਬਾਰਾ ਡਿੱਗ ਜਾਈਏ, ਕਿਉਂਕਿ ਕੇਂਦਰ 'ਚ ਉਹਨਾਂ ਦਾ ਰਾਜ ਆ ਔਰ ਅਕਾਲੀ ਦਲ ਬੀਜੇਪੀ ਦੇ ਪੂੰਛ ਬਣ ਕੇ ਮਗਰ ਲੱਗਣ ਲਈ ਤਿਆਰ ਹੈ। ਇਹਨਾਂ ਨੂੰ ਹੁਣ ਬੜੇ ਭਰਾ ਛੋਟੇ ਭਰਾ ਵਾਲਾ ਕੋਈ ਮਸਲਾ ਨਹੀਂ, ਚਾਹੁੰਦੇ ਨੇ ਕਿ ਮੁੜ ਕੇ ਗੱਠਜੋੜ ਹੋ ਜਾਵੇ ਔਰ ਉਸ ਵਾਲੇ ਮਾਹੌਲ ਬਣਾਇਆ ਜਾ ਰਿਹਾ ਮੁਲੂਕਾ ਵਰਗਿਆਂ ਤੋਂ ਬਿਆਨ ਦਵਾ ਕੇ। ਜੀ ਜੀ ਜੀ। ਤਾਂ ਦੀਪ ਜੀ, ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਤੇ ਸੀਐਮ ਭਗਵੰਤ ਮਾਨ ਅੱਜ ਪਿੰਡ ਸਰਾਭਾ ਦੇ ਵਿੱਚ ਜਾ ਰਹੇ ਨੇ, ਪਰ ਕਹਿੰਦੇ ਕਿ ਉੱਥੇ ਪੱਤਰਕਾਰਾਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਜੀ ਸਾਡਾ ਸ਼ਹਾਦਤ ਦਾ ਮਾਣ। ਉਹ ਕਰਤਾਰ ਸਿੰਘ ਸਰਾਭਾ ਜਿਹਦੀ ਤਸਵੀਰ ਸ਼ਹੀਦ ਆਜ਼ਮ ਭਗਤ ਸਿੰਘ ਆਪਣੀ ਜੇਬ 'ਚ ਰੱਖਦਾ ਸੀ। ਬਿਲਕੁਲ। ਤੇ ਭਗਤ ਸਿੰਘ ਉਹ ਜਿਹਨੂੰ ਆਪਣਾ ਆਦਰਸ਼ ਮੰਨਦਾ ਸਾਡਾ ਪੰਜਾਬ ਦਾ ਮੁੱਖ ਮੰਤਰੀ। ਜੀ। ਮਾਨ ਸਾਹਿਬ ਕਹਿੰਦੇ ਕਿ ਮੈਂ ਤਾਂ ਬਸ ਉਹਦੇ ਹੀ ਪੂਰਨਿਆਂ ਤੇ ਤੁਰਦਾ। ਤੇ ਅੱਜ ਜਿਹੜੇ ਸ਼ਹੀਦ ਨੇ ਆਜ਼ਾਦੀ ਦੀ ਲੜਾਈ ਲੜੀ, ਉਹਦੀ ਸ਼ਹਾਦਤ ਦੇ ਮੌਕੇ ਪੱਤਰਕਾਰਾਂ ਦੀ ਗੁਲਾਮੀ, ਪੱਤਰਕਾਰਾਂ ਲਈ ਬੂਹੇ ਬੰਦ। ਜੀ। ਸ਼ਹੀਦ ਆਜ਼ਮ ਭਗਤ ਸਿੰਘ ਦੇ ਰਾਹਾਂ ਤੇ ਤੁਰਨ ਵਾਲੀ ਸਰਕਾਰ ਨੇ ਅੱਜ ਫੈਸਲਾ ਸੁਣਾਇਆ ਕਿ ਭਾਈ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ, ਉਹਦੇ ਜੱਦੀ ਘਰ, ਉਹਦੇ ਜਿੱਥੇ ਉਹਦਾ ਸਮਾਰਕ ਬਣਿਆ ਯਾਦਗਾਰ, ਉਸ ਥਾਂ ਦੇ ਉੱਤੇ ਪੱਤਰਕਾਰ ਨਹੀਂ ਆ ਸਕਦੇ ਕਿਉਂਕਿ ਮੁੱਖ ਮੰਤਰੀ ਮਾਨ ਸਾਹਿਬ ਨੇ ਆਉਣਾ। ਲੁਧਿਆਣਾ ਦੇ ਡੀਪੀਆਰਓ ਨੇ ਬਕਾਇਦਾ ਮੀਡੀਆ ਕਰਮੀਆਂ ਨੂੰ ਇਹ ਸੁਨੇਹਾ ਭੇਜਿਆ ਕਿ ਅੱਜ ਮੁੱਖ ਮੰਤਰੀ ਮਾਨ ਸਾਹਿਬ ਨੇ ਕਰਤਾਰ ਸਿੰਘ ਸਰਾਭਾ ਦੇ 107ਵੇਂ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਦੇ ਜੱਦੀ ਪਿੰਡ ਆਉਣਾ, ਸ਼ਰਧਾ ਦੇ ਫੁੱਲ ਭੇਂਟ ਕਰਨੇ ਆ, ਉਸ ਤੋਂ ਬਾਅਦ ਉਹਨਾਂ ਨੇ ਖੇਡ ਮੇਲੇ 'ਚ ਜਾਣਾ। ਇਸ ਲਈ ਇਸ ਮੌਕੇ ਸੁਰੱਖਿਆ ਦੇ ਹਵਾਲੇ ਨਾਲ ਮੀਡੀਆ ਦੇ ਉੱਥੇ ਆਉਣ ਤੇ ਬੈਨ ਹੈ। ਕਮਾਲ ਹੈ ਜਨਾਬ। ਅੱਜ ਜਿੱਥੇ ਕਰਤਾਰ ਸਿੰਘ ਸਰਾਭੇ ਦਾ 107ਵਾਂ ਸ਼ਹੀਦੀ ਦਿਹਾੜਾ ਜੀ, ਜਿਹੜਾ ਆਜ਼ਾਦੀ ਦੇ ਲਈ ਪ੍ਰਵਾਨ ਚੜਿਆ, ਇਸ ਲਈ ਉਸ ਮੌਕੇ ਜਿਹੀਆਂ ਪਾਬੰਦੀਆਂ ਮਤਲਬ ਕਿ ਇੱਕ ਬਿਲਕੁਲ ਉਹਨਾਂ ਦੇ ਨਿਯਮ ਤੋਂ ਉਲਟ ਲੱਗਦੀਆਂ। ਦੂਸਰੇ ਪਾਸੇ ਅੱਜ ਮੇਰਾ ਖਿਆਲ ਪ੍ਰੈਸ ਡੇ ਵੀ ਹੈ ਤੇ ਪ੍ਰੈਸ ਡੇ ਇਸ ਲਈ ਵੀ ਕਰਤਾਰ ਸਿੰਘ ਸਰਾਭੇ ਨਾਲ ਜੁੜਦਾ ਕਿ ਕਰਤਾਰ ਸਿੰਘ ਸਰਾਭਾ ਵੀ ਪੱਤਰ ਕਰ ਰਹੇ ਨੇ ਤੇ ਇਸ ਲਈ ਉਹਨਾਂ ਨੂੰ ਪੰਜਾਬੀ ਪੱਤਰਕਾਰੀ ਦੇ, ਇਸ ਦੇਸ਼ ਦੀ ਪੱਤਰਕਾਰੀ ਦੇ ਪਿੱਛੇ ਪਤਾਵਾਂ ਵਜੋਂ ਵੇਖਿਆ ਜਾਂਦਾ। ਉਸ ਉਮਰ, ਨੌਜਵਾਨੀ ਦੀ ਉਮਰ ਦੇ ਵਿੱਚ ਇੱਕ ਅਖਬਾਰ ਨੂੰ ਸੰਪਾਦਨ ਕਰਨਾ ਉਹ ਉਹਨਾਂ ਦੀ ਬਾਕਮਾਲ ਕਾਬਲੀਅਤ ਸੀਗੇ, ਇਸੇ ਲਈ ਉਹਨਾਂ ਨੂੰ ਮਤਲਬ ਕਿ ਸਲਾਮ ਹੈ। ਤੇ ਉਸ ਨਾਤੇ ਪੱਤਰਕਾਰ ਹਰ ਸਾਲ ਉੱਥੇ ਜਾਂਦੇ ਨੇ ਜੀ। ਪੱਤਰਕਾਰ ਭਾਈਚਾਰਾ ਵੱਡੀ ਗਿਣਤੀ 'ਚ ਉੱਥੇ ਜਾਂਦਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ, ਆਪਣਾ ਸਜਦਾ ਕਰਦਾ। ਤੇ ਅੱਜ ਜਦੋਂ ਬਦਲਾਅ ਵਾਲੀ ਸਰਕਾਰ ਆਈ, ਜਦੋਂ ਭਗਤ ਸਿੰਘ ਦੇ ਪੁਰਨਿਆਂ ਤੇ ਤੁਰਨ ਵਾਲੀ ਸਰਕਾਰ ਆਈ ਤੇ ਉਹਨੇ ਸਭ ਤੋਂ ਪਹਿਲਾਂ ਰੋਕ ਪੱਤਰਕਾਰਾਂ ਤੇ ਲਾਈ। ਉਹ ਵੀ ਚਿੱਠੀ ਕੱਢ ਕੇ, ਉਹ ਵੀ ਸੁਨੇਹਾ ਭੇਜ ਕੇ ਡੀਪੀਆਰਓ ਸਰਕਾਰੀ ਅਫਸਰ ਤੋਂ ਕਹਾ ਕੇ ਕਿ ਮੁੱਖ ਮੰਤਰੀ ਸਾਹਿਬ ਨੇ ਆਉਣਾ ਜੀ। ਅੱਜ ਉੱਥੇ ਮੇਰੇ ਖਿਆਲ 75ਵਾਂ ਗੋਲਡ ਕੱਪ ਉਹਨਾਂ ਦਾ ਟੂਰਨਾਮੈਂਟ ਵੀ ਹੈ ਜਿਹੜਾ ਉਹ ਜਾਂਚ ਕਰਾਇਆ ਜਾਂਦਾ, ਉਹਦੇ ਇਨਾਮ ਵੀ ਮਾਨ ਸਾਹਿਬ ਨੇ ਵੰਡਣੇ ਨੇ ਤੇ ਉਹਦੇ ਜੱਦੀ ਪਿੰਡ ਵੀ, ਘਰ ਵੀ ਜਾਣਗੇ, ਪਰ ਪੱਤਰਕਾਰਾਂ ਲਈ ਉਹ ਰਾਹ ਬੰਦ ਹੈ। ਤੋ ਇੱਥੋਂ ਅੰਦਾਜ਼ਾ ਲਾ ਲਓ ਕਿ ਕਿਹੜੀ ਆਜ਼ਾਦੀ ਹੈ ਫਿਰ।
ਕਿਹੜੀ ਲੋਕਤੰਤਰ ਗੱਲ ਹੈ ਇਹ? ਉਹ ਮਾਨ ਸਾਹਿਬ ਨੇ ਜਿਹੜੇ ਕਹਿੰਦੇ ਹੁੰਦੇ ਸੀ ਜੀ ਕਿ ਜਿਨ੍ਹਾਂ ਨੂੰ ਇੰਨਾ ਡਰ ਲੱਗਦਾ ਹੈ ਸੁਰੱਖਿਆ 'ਚ ਰਹਿਣਾ, ਫਿਰ ਮੁਰਗੀਖਾਨੇ ਖੋਲ੍ਹ ਲਓ ਜੀ। ਤੇ ਅੱਜ ਆਪ ਇਹੀ ਜੀ ਸੁਰੱਖਿਆ ਕਿ ਪੱਤਰਕਾਰਾਂ ਤੋਂ ਵੀ ਡਰ ਲੱਗਦਾ। ਸੋ ਇਸ ਹਵਾਲੇ ਨਾਲ ਮਤਲਬ ਕਿ ਇਹ ਇੱਕ ਲੋਕਤੰਤਰਕ ਤਰੀਕੇ ਨਾਲ ਆਵਾਜ਼ ਦਬਾਉਣ ਦੀ ਵੀ ਕੋਸ਼ਿਸ਼ ਹੈ ਮੀਡੀਆ ਦੀ। ਔਰ ਇਹ ਸ਼ਹੀਦਾਂ ਦੇ ਘਰਾਂ 'ਚ ਜਾਣ ਤੋਂ ਮਤਲਬ ਦਰਬਾਰ ਸਾਹਿਬ ਵੀ ਇੱਕ ਵਾਰ ਮਾਨ ਸਾਹਿਬ ਨੇ ਇਹੋ ਜਿਹਾ ਕੁਝ ਕਰਾਇਆ ਸੀਗਾ ਕਿ ਆਪ ਅੰਦਰ ਮੱਥਾ ਟੇਕਣ ਜਾਣਾ ਤੇ ਪੁਲਿਸ ਬਾਹਰ ਤੱਕ ਲਵਾਤੀ ਸੀ ਕਿ ਲੋਕ ਰੋਕ ਲਏ ਜਾਣ। ਸੋ ਇਹ ਉਹੋ ਜਿਹਾ ਹੀ ਕਾਰਾ ਹੁਣ ਇੱਧਰ ਤੁਸੀਂ ਵਰਤਾ ਰਹੇ ਹੋ ਕਿ ਇੱਧਰ ਪੱਤਰਕਾਰ ਨਹੀਂ ਅੰਦਰ ਜਾ ਸਕਦੇ। ਸੋ ਤੁਸੀਂ ਜਨਤਾ ਤੋਂ VIP ਤਾਂ ਹੋ ਗਏ ਨਾ ਮਤਲਬ, ਬਿਲਕੁਲ। ਤੇ ਪਰ ਤੁਸੀਂ ਤਾਂ ਬਾਦਲਾਂ ਤੇ ਕੈਪਟਨਾਂ ਨਾਲੋਂ ਵੀ ਬੜੇ VIP ਹੋ ਗਏ। ਉਹਨਾਂ ਦੇ ਟਾਈਮ 'ਚ ਵੀ 5 ਮਿੰਟ 10 ਮਿੰਟ ਲਈ ਉਹਨੇ ਸਮੇਂ ਲਈ ਭਾਵੇਂ ਇਹੋ ਜਿਹੀ ਥਾਂ ਤੇ ਰੋਕ ਲਿਆ ਜਾਂਦਾ ਹੋਵੇ ਕਿ ਜੀ ਉਹ ਫੁੱਲ ਚੜਾਇਆ ਹੁਣ, ਤੇ ਪਰ ਤੁਸੀਂ ਤਾਂ ਪੱਕਾ ਹੀ ਬੈਨ ਲਾਤਾ ਕਿ ਅੰਦਰ ਪੱਤਰਕਾਰ ਜਾਣਗੇ ਹੀ ਨਹੀਂ। ਸੋ ਇਸ ਤੋਂ ਅੰਦਾਜ਼ਾ ਲਾ ਲਓ ਕਿ ਇਹ ਕਿਹਨਾਂ ਦੇ ਪੁਰਨਿਆਂ ਤੇ ਤੁਰਨ ਵਾਲੀ ਸਰਕਾਰ ਹੈ। ਇਹ ਲੋਕਤੰਤਰਕ ਪਹਿਲੂ ਦਾ ਕੰਮ ਕਰ ਵੀ ਰਹੇ ਨੇ ਕਿ ਨਹੀਂ, ਇਹ ਮਾਨ ਸਾਹਿਬ ਨੂੰ ਗੌਰ ਕਰਨੀ ਪਏਗੀ। ਹੋ ਸਕਦਾ ਭਗਵੰਤ ਮਾਨ ਨੂੰ ਧਿਆਨ 'ਚ ਨਾ ਲਿਆਉਂਦੇ ਹੋਵੇ, ਅਫਸਰਸ਼ਾਹੀ ਆਪੇ ਚਾਪਲੂਸੀਆਂ 'ਚ ਜੇ ਫੈਸਲੇ ਕਰਦੀ ਹੋਵੇ, ਜਾਂ ਮਾਨ ਸਾਹਿਬ ਦੇ ਅੰਦਰ ਵੀ ਕਈ ਵਿਰੋਧੀ ਬੈਠੇ ਨੇ ਸਰਕਾਰ 'ਚ, ਉਹ ਇਹਨਾਂ ਦੇ, ਕਿਉਂਕਿ ਨਾਮ ਤਾਂ ਭਗਵੰਤ ਮਾਨ ਦਾ ਹੀ ਹੋਣਾ ਨਾ, ਨਾਮ ਤਾਂ ਮੁਖੀ ਦਾ ਹੀ ਹੋਣਾ ਨਾ। ਸੋ ਇਸ ਲਈ ਜੇਕਰ ਨਹੀਂ ਧਿਆਨ 'ਚ ਤਾਂ ਗੌਰ ਕਰ ਲਿਆ ਕਰਨ ਕਦੇ। ਤਾਂ ਦੇਖੋ ਜੀ, ਵੈਸੇ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਦਾ ਅਲਟਰਾਸਾਊਂਡ ਨਹੀਂ ਕਰਵਾ ਸਕਦੇ, ਨਹੀਂ ਜਾਣ ਸਕਦੇ ਕਿ ਕੁੱਖ ਦੇ ਵਿੱਚ ਬੇਟਾ ਹੈ ਜਾਂ ਬੇਟੀ ਹੈ, ਪੂਰਨ ਪਾਬੰਦੀ ਹੈ। ਪਰ ਇੱਕ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਦੀ ਹੈ, ਕਹਿੰਦੇ ਕਿ ਅਲਟਰਾਸਾਊਂਡ ਹੈਗੇ ਉਹ ਲਾਲਚ, ਕਮਿਸ਼ਨ ਦੇ ਲਾਲਚ ਦੇ ਵਿੱਚ ਕੁੱਖ ਦੇ ਕਾਤਲ ਬਣੇ ਹੋਏ ਨੇ ਕੋਈ ਅਲਟਰਾਸਾਊਂਡ ਕੇਂਦਰ। ਜਤਿੰਦਰ ਜੀ, ਵਿਦੇਸ਼ਾਂ ਦੇ ਵਿੱਚ ਅਲਟਰਾਸਾਊਂਡ ਨੂੰ ਮਾਨਤਾ ਹੈਗੀ ਹੈ ਜੀ। ਸਾਡੇ ਮੁਲਕ 'ਚ ਅਲਟਰਾਸਾਊਂਡ ਦੀ ਮਾਨਤਾ ਤਾਂ ਹੈਗੀ ਆ ਜੀ, ਪਰ ਲਿੰਗ ਦੱਸਣ ਦੀ ਮਾਨਤਾ ਨਹੀਂ ਕਿ ਬੱਚਾ ਜਿਹੜਾ ਅੰਦਰ ਪਲ ਰਿਹਾ ਉਹ ਕੁੱਖ 'ਚ ਕੁੜੀ ਹੈ ਕਿ ਮੁੰਡਾ ਜੀ। ਸੋ ਉਸ ਹਵਾਲੇ ਨਾਲ ਜੇਕਰ ਦੇਖਿਆ ਜਾਵੇ ਤਾਂ ਇਸ ਪਹਿਲੂ ਨੂੰ ਗੌਰ ਕਰਨ ਦੀ ਗੱਲ ਇਹ ਆ ਕਿ ਇਹ ਵਿਦੇਸ਼ਾਂ ਦੇ ਵਿੱਚ ਹੁੰਦਾ ਕਿ ਤੁਹਾਨੂੰ ਪਹਿਲਾਂ ਦੱਸਿਆ ਜਾਂਦਾ ਕਿ ਭਾਈ ਤੁਹਾਡੇ ਘਰੇ ਕੁੜੀ ਜੰਮਣੀ ਹੈ ਜੀ, ਤੇ ਫਿਰ ਉਹ ਜਿਹੇ ਗੁਲਾਬੀ ਖਿਡੌਣੇ, ਗੁਲਾਬੀ ਪਰਦੇ, ਉਹਦਾ ਰੂਮ, ਉਹ ਜਿਹਾ ਸਾਰਾ ਕੁਝ ਤਿਆਰ ਕਰਦੇ ਨੇ। ਇਸੇ ਤਰ੍ਹਾਂ ਮਤਲਬ ਕਿ ਉੱਥੇ ਦੱਸ ਦਿੱਤਾ ਜਾਂਦਾ ਕਿ ਤੁਹਾਡੇ ਮੁੰਡਾ ਹੋਣਾ, ਤਾਂ ਮੁੰਡੇ ਦੇ ਰੰਗ ਦੇ ਵਜੋਂ ਉਹ ਨੀਲਾ ਜਿਹਾ ਰੰਗ, ਸਕਾਈ ਬਲੂ ਜਿਹਾ ਉਹ ਰੰਗ ਮੰਨਿਆ ਜਾਂਦਾ। ਫਿਰ ਉਹ ਜਿਹੇ ਕੱਪੜੇ ਮੁੰਡਿਆਂ ਵਾਲੇ ਉਹ ਸਾਰੀ ਤਿਆਰੀ ਕਰਦੇ ਨੇ। ਸਾਡੇ ਇੱਥੇ ਇਸ ਦੱਸਣ ਤੇ ਪਾਬੰਦੀ ਹੈ ਕਿਉਂਕਿ ਸਾਡੀ ਲੋਕਾਂ ਦੀ ਅਜੇ ਵੀ ਮਾਨਸਿਕਤਾ 'ਚੋਂ ਇਹ ਨਿਕਲਦਾ ਕਿ ਕੁੜੀ ਬੋਝ ਹੈ ਜੀ, ਕੁੜੀ ਤਾਂ ਪੱਥਰ ਹੈ ਜੀ, ਕੁੜੀ ਤਾਂ ਦਾਜ ਲੈ ਕੇ ਜਾਊਗੀ ਜੀ, ਜਾਂ ਜਿਹੋ ਜਿਹੇ ਕਾਰੇ ਅੱਜ ਦੇ ਸਮਾਜ 'ਚ ਹੁੰਦੇ ਨੇ, ਜਿਹੋ ਜਿਹੀਆਂ ਛੇੜਖਾਨੀਆਂ ਦੀਆਂ ਵਾਰਦਾਤਾਂ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ, ਬਲਾਤਕਾਰ ਦੀਆਂ ਘਟਨਾਵਾਂ, ਉਹਦੇ ਵਿੱਚੋਂ ਇੱਕ ਡਰ, ਮਾਨਸਿਕ ਡਰ ਪੈਦਾ ਹੁੰਦਾ। ਸੋ ਉਸ ਡਰ ਦੇ ਵਿੱਚੋਂ ਵੀ ਜਾਂ ਦਹੇਜ ਦੇ ਡਰ ਪੱਖੋਂ ਵੀ ਇਹ ਸਾਰੇ ਕਾਰਨ ਵੀ ਬਣਦੇ ਨੇ ਕਿ ਕੁੜੀ ਨੂੰ ਕੁੱਖਾਂ 'ਚ ਕਤਲ ਕੀਤਾ ਜਾਂਦਾ। ਇਸ ਮਾਨਸਿਕਤਾ ਦਾ ਅਲਟਰਾਸਾਊਂਡ ਵਾਲਿਆਂ ਨੇ ਇੱਕ ਨੁਕਤਾ ਫੜਿਆ। ਇੱਕ ਕਿਤਾਬ ਹੈ ਰਾਣਾ ਰਣਵੀਰ ਬਾਈ ਹੋਰਾਂ ਦੀ 20 ਨਵੰਬਰ ਕਿਤਾਬ ਦੇ ਵਿੱਚੋਂ ਇੱਕ ਹਵਾਲਾ ਦਿੰਦੇ ਨੇ। ਇਹ ਮੈਂ ਕਿਤਾਬ 2015 'ਚ ਪੜ੍ਹੀ ਸੀ ਤੇ ਜਿਹੜੀ ਆਪਾਂ ਬਠਿੰਡੇ ਵਾਲੀ ਘਟਨਾ ਜ਼ਿਕਰ ਕਰਨੀ ਵੀ 2015 ਨਾਲ ਸੰਬੰਧਿਤ ਹੈ ਜੀ। ਉਹ ਕਹਿੰਦੇ ਕਿ ਅਲਟਰਾਸਾਊਂਡ ਕਰਾਉਣ ਗਏ ਲੋਕ ਕੁੜੀ ਤੋਂ ਬਚਣਾ ਚਾਹੁੰਦੇ ਨੇ ਪਰ ਪੁੱਤ ਵੀ ਗਵਾਏ ਹੁੰਦੇ ਨੇ, ਧੀ ਨੂੰ ਜਨਮ ਨਹੀਂ ਦੇਣਾ ਚਾਹੁੰਦੇ ਤੇ ਉਸ ਚੱਕਰ 'ਚ ਮੁੰਡਾ ਵੀ ਗਵਾਏ ਹੁੰਦੇ ਨੇ। ਮਸਲਾ ਉੱਥੇ ਅਲਟਰਾਸਾਊਂਡ ਦੇ ਕਮਿਸ਼ਨ ਦਾ ਜੀ। ਡਾਕਟਰ, ਮੈਂ ਨਹੀਂ ਕਹਿੰਦਾ ਕਿ ਸਾਰੇ ਅਲਟਰਾਸਾਊਂਡ ਵਾਲੇ ਕਮਿਸ਼ਨ ਲਈ ਕੰਮ ਕਰਦੇ ਨੇ, ਮੈਂ ਨਹੀਂ ਕਹਿੰਦਾ ਸਾਰੇ ਡਾਕਟਰ ਕਮਿਸ਼ਨ ਲਈ ਕੰਮ ਕਰਦੇ ਨੇ, ਪਰ ਅਲਟਰਾਸਾਊਂਡ ਦੇ ਉੱਤੇ ਟੈਸਟ ਲਈ ਭੇਜਤਾ, ਡਾਕਟਰ ਨੇ ਰეკਮੈਂਡ ਕਰ ਸਕੇ ਭਾਈ ਟੈਸਟ ਕਰਾਇਓ ਜੀ, ਤੇ ਉੱਥੇ ਟੈਸਟ ਕਰਾਉਣ ਦੀ ਆੜ 'ਚ ਪੁੱਛਿਆ ਜਾਂਦਾ ਕਿ ਦੱਸੋ ਜੀ ਮੁੰਡਾ ਹੈ ਜਾਂ ਕੁੜੀ ਹੈ। ਅਲਟਰਾਸਾਊਂਡ ਵਾਲੇ ਕਈ ਥਾਵਾਂ ਤੇ ਕਹਿੰਦੇ ਕਿ ਮੁੰਡੇ ਨੂੰ ਵੀ ਕੁੜੀ ਦੱਸ ਦਿੰਦੇ ਨੇ ਕਿ ਕੁੱਖ 'ਚ ਮੁੰਡਾ ਪਲ ਰਿਹਾ ਜੀ। ਸਵਾਲ ਤਾਂ ਇਹ ਹੈ ਕਿ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ, ਦੱਸਣਾ ਨਹੀਂ ਚਾਹੀਦਾ ਬਿਲਕੁਲ, ਔਰ ਮਾਪਿਆਂ ਨੂੰ ਵੀ ਚਾਹੀਦਾ ਕਿ ਜੋ ਮਰਜ਼ੀ ਹੋਵੇ, ਜੋ ਕੁਦਰਤ ਦੀ ਦਾਤ ਹੈ ਉਹ ਸਾਨੂੰ ਪ੍ਰਵਾਨ ਹੋਣੀ ਚਾਹੀਦੀ ਹੈ। ਪਰ ਜਿਹੜੇ ਚਾਹੁੰਦੇ ਨੇ ਕਿ ਕੁੜੀ ਨਾ ਜੰਮੇ, ਉਹ ਅਲਟਰਾਸਾਊਂਡ ਤੇ ਇਸ ਲਈ ਕਰਾਉਂਦੇ ਨੇ ਕਿ ਸਾਨੂੰ ਪਤਾ ਲੱਗ ਜਾਵੇ ਕਿ ਕੁੜੀ ਹੈ ਕਿ ਮੁੰਡਾ। ਪਰ ਅਲਟਰਾਸਾਊਂਡ ਵਾਲੇ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਮੁੰਡੇ ਨੂੰ ਵੀ ਕੁੜੀ ਦੱਸ ਦਿੰਦੇ ਨੇ ਤਾਂ ਕਿ ਉਹਦਾ ਗਰਭਪਾਤ ਕਰਾਇਆ ਜਾ ਸਕੇ, ਤਾਂ ਕਿ ਉਹਦਾ ਅਬੋਰਸ਼ਨ ਕਰਾਇਆ ਜਾ ਸਕੇ, ਤੇ ਉਹ ਤੋਂ ਬਾਅਦ ਉਹਨਾਂ ਨੂੰ ਪੈਸੇ ਮਿਲਦੇ ਨੇ। ਕਿਉਂਕਿ ਜੇਕਰ ਡਾਕਟਰ ਕਮਿਸ਼ਨ ਲਈ ਕੰਮ ਕਰਦਾ ਹੈ ਤਾਂ ਉਹ ਰეკਮੈਂਡ ਕਰੂਗਾ ਅਲਟਰਾਸਾਊਂਡ, ਤੇ ਅਲਟਰਾਸਾਊਂਡ ਕਰਾਉਂਗੇ ਤਾਂ ਅਲਟਰਾਸਾਊਂਡ ਵਾਲਾ ਉਹਨੂੰ ਡਾਕਟਰ ਨੂੰ ਪੈਸੇ ਭੇਜੂਗਾ ਕਿ ਜੀ ਮੇਰੇ ਕੋਲ ਤੁਸੀਂ ਗਾਹਕ ਭੇਜਿਆ, ਮੈਂ ਅਲਟਰਾਸਾਊਂਡ ਕੀਤਾ, ਉਹਦੇ 500 ਰੁਪਈਆ 1000 ਰੁਪਈਆ ਤੁਸੀਂ ਫੜੋ। ਪਰ ਜੇ ਉਹ ਅਲਟਰਾਸਾਊਂਡ 'ਚ ਕਹਿੰਦਾ ਜੀ ਕੁੜੀ ਹੈ ਤੇ ਉਹ ਦੁਬਾਰਾ ਅਬੋਰਸ਼ਨ ਲਈ ਉਸੇ ਡਾਕਟਰ ਕੋਲ ਜਾਂਦੇ ਨੇ, ਫਿਰ ਪੈਸੇ ਕਿਹਦੇ ਕੋਲ ਆਉਣੇ ਨੇ? ਡਾਕਟਰ ਕੋਲ। ਫਿਰ ਡਾਕਟਰ ਨੇ ਉਲਟਾ ਅਲਟਰਾਸਾਊਂਡ ਵਾਲੇ ਨੂੰ ਕਮਿਸ਼ਨ ਭੇਜਣਾ ਤੇ ਉਹਦੇ ਵਿੱਚ ਕਮਾਈ ਵੱਧ ਹੈ। ਸੋ ਇਸ ਲਈ ਦੋਵਾਂ ਦਾ ਖੇਲ ਹੈ ਇੱਕ, ਤੇ ਉਸ ਚੱਕਰ 'ਚ ਕਹਿੰਦੇ ਮੁੰਡਿਆਂ ਨੂੰ ਵੀ ਕਤਲ ਕਰ ਦਿੱਤਾ ਜਾਂਦਾ ਕੁੜੀ ਸਮਝ ਕੇ। ਪਰ ਜਿਹੜੀ ਘਟਨਾ ਬਠਿੰਡਾ ਦੀ ਹੈ ਉਹ ਤੋਂ ਵੀ ਜ਼ਿਆਦਾ ਭਿਆਨਕ ਹੈ।
2015 ਦੇ ਵਿੱਚ ਇੱਕ ਪਰਿਵਾਰ ਦੇ ਅੰਦਰ ਇੱਕ ਨਵੇਂ ਜੀਵ ਨੇ ਜਨਮ ਲੈਣ ਦੀ ਤਿਆਰੀ ਆਉਂਦੀ ਹੈ, ਉਹਦਾ ਬੀਜ ਬੀਜਿਆ ਜਾਂਦਾ ਤੇ ਪਰਿਵਾਰ ਇੱਕ ਉੱਥੇ ਦੀ ਲੇਡੀ ਡਾਕਟਰ ਕੋਲ ਪਹੁੰਚਦਾ। ਲੇਡੀ ਡਾਕਟਰ ਉਸ ਬੱਚੀ ਨੂੰ ਉਸ ਮਾਂ ਜਿਹਨੇ ਬਣਨਾ ਉਹਨੂੰ ਰეკਮੈਂਡ ਕਰ ਦਿੰਦੇ ਕਿ ਇਸ ਅਲਟਰਾਸਾਊਂਡ ਤੇ, ਉਹ ਤਹਿ ਦਾ ਅਲਟਰਾਸਾਊਂਡ ਦੱਸਦੀ ਹੈ ਕਿ ਉਸ ਅਲਟਰਾਸਾਊਂਡ ਤੇ ਜਾ ਕੇ ਤੁਸੀਂ ਚੈੱਕ ਕਰਾਓ। ਜਦੋਂ ਚੈੱਕ ਕਰਾਉਣ ਜਾਂਦੇ ਨੇ ਤਾਂ ਉਹਦੇ ਰਿਪੋਰਟ ਤੇ ਲਿਖ ਦਿੱਤਾ ਜਾਂਦਾ ਕਿ ਅੰਦਰ ਬੱਚੇ ਦੀ ਸਾਹ ਰੁਕ ਗਿਆ, ਬੱਚੇ ਦੀ ਧੜਕਣ ਬੰਦ ਹੈ, ਬੱਚਾ ਮਤਲਬ ਕਿ ਠੀਕ ਨਹੀਂ ਗਾ ਤੁਹਾਡਾ, ਇਹ ਮਾਂ ਲਈ ਵੀ ਖਤਰਾ ਹੈ, ਤੁਰੰਤ ਅਬੋਰਸ਼ਨ ਕਰਾਓ। ਤੇ ਜੀ ਉਹ ਤੁਰੰਤ ਵਾਪਸ ਉਸੇ ਡਾਕਟਰ ਕੋਲ ਆਉਂਦੇ ਨੇ ਤੇ ਅਬੋਰਸ਼ਨ ਹੋ ਜਾਂਦਾ ਤੇ ਖਤਮ ਕਹਾਣੀ। ਉਸ ਤੋਂ ਬਾਅਦ ਇਹ ਸਾਰੀ ਕਾਰਵਾਈ 'ਚ ਜੋ ਖਰਚਾ ਆਇਆ ਜਤਿੰਦਰ ਜੀ, ਉਹ ਤਾਂ ਆਇਆ। ਉਸ ਤੋਂ ਬਾਅਦ ਉਸ ਮਾਂ ਨੂੰ ਮੁੜ ਕੇ ਤੰਦਰੁਸਤ ਹੋਣ ਦੇ ਲਈ 2.5 ਲੱਖ ਤੋਂ ਵੱਧ ਖਰਚਾ ਹੋ ਗਿਆ। 2.5 ਲੱਖ ਦੇ ਖਰਚੇ ਤੋਂ ਬਾਅਦ ਦੁਬਾਰਾ ਜਦੋਂ ਉਹ ਬੱਚੇ ਨੂੰ ਜਨਮ ਦੇਣ ਲਾਇਕ ਬਣੀ ਤਦ ਉਹ ਦੁਬਾਰਾ ਫਿਰ ਉਸੇ ਡਾਕਟਰਨੀ ਕੋਲ ਗਏ ਤੇ ਉਸੇ ਡਾਕਟਰ ਨੇ ਫਿਰ ਉਸੇ ਅਲਟਰਾਸਾਊਂਡ ਭੇਜਿਆ ਤੇ ਅਲਟਰਾਸਾਊਂਡ ਵਾਲੇ ਨੇ ਫਿਰ ਉਹੀ ਕਹਾਣੀ ਦੁਹਰਾਈ, ਕਿਉਂਕਿ ਉਹ ਤਾਂ ਰੂਟੀਨ 'ਚ ਉਹਨਾਂ ਦੀ ਬਣੀ ਹੋਈ ਹੈ ਕਿ ਆਪਾਂ ਇਹ ਠੱਗੀ ਕਰਨੀ ਹੈ। ਤੇ ਉਹਨੇ ਫਿਰ ਕਿਹਾ ਜੀ ਬੱਚਾ ਤਾਂ ਸਹੀ ਨਹੀਂਗਾ, ਤੰਦਰੁਸਤ ਨਹੀਂਗਾ, ਇਹ ਤਾਂ ਜੇ ਜਨਮ ਲਊਗਾ ਤਾਂ ਸ਼ਾਇਦ ਮਰਿਆ ਵੀ ਪੈਦਾ ਹੋਵੇ, ਤੁਹਾਡੇ ਲਈ ਸਿਹਤ ਲਈ ਠੀਕ ਨਾ, ਤੁਸੀਂ ਤੁਰੰਤ ਅਬੋਰਸ਼ਨ ਕਰਾਓ। ਹੁਣ ਪਰਿਵਾਰ 'ਚ ਨਮੋਸ਼ੀ ਫੈਲਦੀ ਹੈ ਕਿ ਦੂਜੀ ਵਾਰ ਵੀ ਲਗਾਤਾਰ ਹੋ, ਤੇ ਉੱਥੇ ਪਰਿਵਾਰ 'ਚੋਂ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਆਪਾਂ ਕਿਸੇ ਹੋਰ ਅਲਟਰਾਸਾਊਂਡ ਕੇਂਦਰ ਚੱਲੀਏ। ਤੇ ਉਹ ਡਾਕਟਰੀ ਦੇ ਰეკਮੈਂਡ ਕਰੇ ਵਾਲੇ ਅਲਟਰਾਸਾਊਂਡ ਤੋਂ ਬਿਨਾਂ ਦੂਸਰੀ ਥਾਂ ਜਦੋਂ ਟੈਸਟ ਕਰਾਉਣ ਗਏ, ਉਹਨਾਂ ਨੇ ਦੱਸਿਆ ਕਿ ਬੱਚਾ ਤੰਦਰੁਸਤ ਵੀ ਹੈ, ਬੱਚਾ ਵਜਨ ਪੱਖੋਂ ਵੀ ਸਹੀ ਹੈ ਤੇ ਬਿਲਕੁਲ ਸਹੀ ਕੰਡੀਸ਼ਨ 'ਚ ਹੈ ਤੇ ਬੱਚਾ ਸਹੀ ਪੈਦਾ ਹੋਇਆ। ਤੇ ਹੁਣ ਉਹ ਪਰਿਵਾਰ ਨੂੰ ਸਾਰੀ ਉਮਰ ਰਹਿਣਾ ਜਤਿੰਦਰ ਜੀ ਕਿ ਪਹਿਲਾ ਬੱਚਾ ਅਸੀਂ ਮਾਰ ਬੈਠੇ। ਬਿਲਕੁਲ। ਤੇ ਉਹ ਜਦੋਂ ਵੀ ਅਲਟਰਾਸਾਊਂਡ ਕੇਂਦਰ ਮੂਹਰੋਂ ਲੰਘਣਗੇ, ਉਸ ਹਸਪਤਾਲ ਮੂਹਰੋਂ ਲੰਘਣਗੇ, ਤਦ ਤੱਕ ਉਹਨੂੰ ਯਾਦ ਆਉਣੀ। ਹੁਣ ਇਸ ਦੇ ਉੱਤੇ 2015-16 ਦੀਆਂ ਘਟਨਾਵਾਂ ਨੇ, ਜਦੋਂ ਦੁਬਾਰਾ ਕਾਰਵਾਈ ਹੋਈ ਤਾਂ ਅਲਟਰਾਸਾਊਂਡ ਦੇ ਉੱਤੇ ਹੁਣ ਮਤਲਬ ਕਿ ਕਾਰਵਾਈ ਵੀ ਹੋ ਗਈ, ਉਸ ਡਾਕਟਰਨੀ ਦੀ ਵੀ ਪੁੱਛਗਿੱਛ ਆ ਗਈ ਤੇ ਉੱਥੇ ਇਹ ਵੀ ਆਇਆ ਕਿ ਡਾਕਟਰਨੀਆਂ ਜੇਕਰ ਇਸ ਮਾਮਲੇ 'ਚ ਨਹੀਂ ਵੀ ਸ਼ਾਮਲ, ਉਹ ਰੂਟੀਨ 'ਚ ਕਾਰਵਾਈ ਲਈ ਕਹਿੰਦੀਆਂ ਨੇ, ਤਾਂ ਜੇਕਰ ਅਜਿਹਾ ਕੋਈ ਕੇਸ ਆਉਂਦਾ ਤਾਂ ਉਹ ਦੂਆ ਅਲਟਰਨੇਟ ਕਿਉਂ ਨਹੀਂ ਦਿੰਦੀਆਂ ਕਿ ਦੂਸਰੇ ਥਾਂ ਵੀ ਟੈਸਟ ਕਰਾ ਲਓ, ਕਿਤੇ ਹੋਰ ਵੀ ਕਰਾ ਲਓ, ਕਿਉਂ ਨਹੀਂ। ਹੁਣ ਉਸ ਅਲਟਰਾਸਾਊਂਡ ਕੇਂਦਰ ਦੇ ਉੱਤੇ ਜੁਰਮਾਨਾ ਵੀ ਲਾਇਆ ਗਿਆ, ਉਹਨਾਂ ਨੂੰ ਉਹਦੇ ਅਦਾਇਗੀ ਕਰਨ ਲਈ ਵੀ ਕਿਹਾ ਗਿਆ, 8% ਬਿਆਸ ਨੇ। ਪਰ ਸਵਾਲ ਹੈ ਕਿ ਜਿਹੜਾ ਬੱਚਾ ਚਲਾ ਗਿਆ ਉਹਨਾਂ ਦਾ, ਤੇ ਇਹਦੇ ਨਾਲ ਇਹ ਜਿਹੜੀ ਤਸਵੀਰ ਸਾਹਮਣੇ ਇੱਕਦਮ ਤਾਂ ਅਲਟਰਾਸਾਊਂਡ, ਕਈ ਮੈਂ ਸਾਰੇ ਨਹੀਂ ਕਹਿੰਦਾ, ਫਿਰ ਕਈ ਅਲਟਰਾਸਾਊਂਡ ਕੇਂਦਰ ਸਿਰਫ ਇਸ ਕਮਿਸ਼ਨ ਦੇ ਲਈ ਕਿ ਜੇ ਅਬੋਰਸ਼ਨ ਹੋਊਗਾ ਤਾਂ ਸਾਨੂੰ ਪੈਸੇ ਵੱਧ ਬਣਨਗੇ, ਇਸ ਲਈ ਉਹ ਇਹ ਖੇਲ ਖੇਡਦੇ ਨੇ ਕਿ ਜਿਉਂਦੇ ਬੱਚਿਆਂ ਨੂੰ ਵੀ, ਹੁਣ ਉਹ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਮੁੰਡਿਆਂ ਨੂੰ ਵੀ ਕੁੜੀਆਂ ਦੱਸਦੇ ਨੇ, ਹੁਣ ਹੋਰ ਹੈ ਕਿ ਜਿਉਂਦੇ ਜੀਵ ਬੱਚੇ ਨੂੰ ਵੀ, ਜਿਹੜੇ ਮਾਪਿਓ ਕਿਸੇ ਵੀ ਰੂਪ 'ਚ ਬੱਚਾ ਚਾਹੁੰਦੇ ਹੋਣ, ਉਹਨਾਂ ਲਈ ਫਿਰ ਇਹ ਖੇਲ ਹੁੰਦਾ ਕਿ ਅਬੋਰਸ਼ਨ ਕਰਾਉਣਗੇ ਤਾਂ ਉਹ ਡਰ ਪੈਦਾ ਕਰਕੇ ਕਿ ਤੁਹਾਡੀ ਮਾਂ ਮਰ ਸਕਦੀ ਹੈ ਜੀ ਇਸ ਬੱਚੇ ਦੀ, ਇਹ ਔਰਤ ਦੀ ਜਾਨ ਲਈ ਖਤਰਾ ਕਿ ਤੁਰੰਤ ਅਬੋਰਸ਼ਨ ਕਰਾਓ। ਉਹ ਇੱਕ ਕਮਿਸ਼ਨ ਲਈ ਜੇਕਰ ਖੇਡ ਹੋ ਰਿਹਾ ਤਾਂ ਇਸ ਕਾਰੋਬਾਰ ਨੂੰ, ਇਸ ਧੰਦੇ ਨੂੰ ਨਕੇਲ ਪਾਉਣ ਦੀ ਲੋੜ ਹੈ। ਇਹੀ ਜਿੱਥਾਂ ਕਰੇ ਪੁਲਿਸ ਕਾਰਵਾਈ ਜਿਹੜੀ ਕਰਨੀ ਹੈ। ਜੀ ਜੀ ਜੀ। ਤਾਂ ਦੀਪ ਜੀ, ਪੰਜਾਬ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਨਸ਼ੇ ਦਾ ਮੁੱਦਾ ਇੱਕ ਵੱਡਾ ਮੁੱਦਾ ਹੈ, ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਹੁਕਮ ਵੀ ਦਿੱਤੇ ਸੀ ਤੇ ਹੁਣ ਡੀਜੀਪੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਕੱਲ ਰੇਡ ਵੀ ਕੀਤੀ ਗਈ, ਨਸ਼ਾ ਤਸਕਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ। ਪਰ ਸਵਾਲ ਅਜਿਹੇ ਵਿੱਚ ਉਠਾਏ ਜਾ ਰਹੇ ਕਿ ਵਾਕਈ ਪੁਲਿਸ ਦੀ ਤਲਾਸ਼ੀ ਮੁਹਿੰਮ ਸੀ ਜਾਂ ਫਿਰ ਕੋਈ ਮੌਕ ਡਰਿਲ ਸੀ? ਜਤਿੰਦਰ ਜੀ, ਮੌਕ ਡਰਿਲ ਇੱਕ ਹੁੰਦੀ ਹੈ ਕਿ ਜੀ ਹਾਂ ਕਿਸੇ ਥਾਂ ਦੇ ਉੱਤੇ ਮਤਲਬ ਕਿ ਪੁਲਿਸ ਆਪ ਇਹ ਤੈਅ ਕਰਦੀ ਹੈ ਕਿ ਅੱਜ ਅਸੀਂ ਇੱਥੇ ਅਚਾਨਕ ਦੜ ਕਰਕੇ ਆਉਣਾ ਜੀ, ਤੇ ਤਾਂ ਕਿ ਜੀ ਇੱਥੇ ਬੰਬ ਰੱਖਿਆ ਤੇ ਉਸ ਨੂੰ ਕਿਵੇਂ ਖਾਰਜ ਕਰਨਾ, ਜਾਂ ਕਿਤੇ ਅਟੈਕ ਹੋ ਜਾਵੇ ਤਾਂ ਲੋਕਾਂ ਨੂੰ ਕਿਵੇਂ ਸੁਰੱਖਿਅਤ ਕੱਢਣਾ, ਉਹਦੇ ਲਈ ਇੱਕ ਪ੍ਰੈਕਟਿਸ ਮੌਕ ਡਰਿਲ ਹੁੰਦੀ ਹੈ ਜੀ। ਜਾਂ ਜਦੋਂ ਚੋਣਾਂ ਹੁੰਦੀਆਂ ਨੇ ਕਿਤੇ, ਤਦ ਲੋਕਾਂ ਦੇ ਉੱਤੇ ਇਹ ਦਬਦਬਾ ਰੱਖਣ ਦੇ ਲਈ ਪੁਲਿਸ ਨੇ ਇੱਕ ਪੈਦਲ ਮਾਰਚ ਕੱਢਦੀ ਹੁੰਦੀ ਹੈ ਚੋਣਾਂ ਤੋਂ 24 ਘੰਟੇ ਪਹਿਲਾਂ, ਹੈ ਨਾ, ਤਾਂ ਕਿ ਉਹ ਲੋਕਾਂ 'ਚ ਇੱਕ ਡਰ ਰਹੇ। ਪਰ ਜਿੰਨਾ ਕੁ ਆਪਾਂ ਸੁਣਿਆ ਪੜ੍ਹਿਆ, ਕਹਿੰਦੇ ਕਿ ਜਿਹੜੇ ਤਾਲੇ ਹੁੰਦੇ ਨੇ ਉਹ ਸਾਧਾਂ ਲਈ ਹੁੰਦੇ ਨੇ, ਚੋਰਾਂ ਲਈ ਨਹੀਂ ਹੁੰਦੇ ਜੀ। ਚੋਰਾਂ ਨੇ ਤਾਂ ਚਗਾਠ ਪੱਟ ਕੇ ਵੀ ਅੰਦਰ ਵੜ ਜਾਣਾ। ਸੋ ਉਸੇ ਤਰ੍ਹਾਂ ਪੁਲਿਸ ਦੀ ਇਹ ਕਾਰਵਾਈ ਆਮ ਲੋਕਾਂ ਨੂੰ ਤਾਂ ਡਰਾ ਸਕਦੀ ਆ। ਕੀ ਉਹ ਗੈਂਗਸਟਰਾਂ ਨੂੰ, ਕੀ ਉਹ ਤਸਕਰਾਂ ਨੂੰ, ਕੀ ਨਸ਼ੇ ਦੇ ਸਪਲਾਇਰਾਂ ਨੂੰ, ਉਹਨਾਂ ਤੱਕ ਕਾਰਵਾਈ ਹੋਊਗੀ? ਨਜਾਇਜ਼ ਹਥਿਆਰ ਪੰਜਾਬ 'ਚ ਵੱਡੀ ਤਾਦਾਦ 'ਚ ਨੇ। ਕੱਲ ਜੇਕਰ ਲਗਾਤਾਰ ਪੂਰੇ ਪੰਜਾਬ 'ਚ ਇਹ ਚੱਲੀ ਕਾਰਵਾਈ, ਤਲਾਸ਼ੀ ਮੁਹਿੰਮ, ਕੀ ਪਟਿਆਲਾ, ਕੀ ਮੋਹਾਲੀ, ਕੀ ਜਲੰਧਰ, ਕੀ ਅੰਮ੍ਰਿਤਸਰ, ਕੀ ਲੁਧਿਆਣਾ, ਕਿਤੇ ਨਹੀਂ ਹੋਈ ਕਾਰਵਾਈ ਤੇ ਬਰਾਮਦ ਕੀ ਹੋਇਆ? ਗਿਣਤੀ ਦਾ ਸਾਰਾ ਕੁਝ। ਤੇ ਪੰਜਾਬ 'ਚ ਹਥਿਆਰ ਤਾਂ ਲੱਖਾਂ 'ਚ ਨੇ। ਪੰਜਾਬ 'ਚ ਨਸ਼ਾ ਤਾਂ ਟਨਾਂ ਦੇ ਹਿਸਾਬ ਨਾਲ ਬੱਚਿਆਂ ਦੀਆਂ ਨਸਾਂ 'ਚ ਹੈ, ਤੇ ਫਿਰ ਘਰਾਂ 'ਚ ਕਿੰਨਾ ਹੋਊਗਾ, ਉਹਨਾਂ ਦੇ ਟਿਕਾਣਿਆਂ ਤੇ ਕਿੰਨਾ ਹੋਊਗਾ? ਫੜਿਆ ਕਿਉਂ ਨਹੀਂ ਗਿਆ ਉਸ ਤਾਦਾਦ ਦੇ ਵਿੱਚ? ਕਦੇ ਇਹ ਸੁਣਿਆ ਕਿ ਪੁਲਿਸ ਦੀ ਕਾਰਵਾਈ ਦੱਸ ਕੇ ਹੋਵੇ? ਕੱਲ ਸਾਰਿਆਂ ਨੂੰ ਪਤਾ ਸੀ ਜੀ, ਮੀਡੀਆ ਨੂੰ ਪਤਾ ਸੀ, ਲੋਕਾਂ ਨੂੰ ਪਤਾ ਸੀ, ਲੀਡਰਾਂ ਨੂੰ ਪਤਾ ਸੀ, ਪ੍ਰਸ਼ਾਸਨ ਨੂੰ ਪਤਾ ਸੀ। ਫਿਰ ਇਹ ਕਿਵੇਂ ਹੋ ਸਕਦਾ ਕਿ ਤਸਕਰਾਂ ਨੂੰ ਨਾ ਪਤਾ ਹੋਵੇ, ਗੈਂਗਸਟਰਾਂ ਨੂੰ ਨਾ ਪਤਾ ਹੋਵੇ? ਫਿਰ ਦੱਸ ਕੇ ਕਾਰਵਾਈ ਨਹੀਂ ਹੁੰਦੀ, ਉਹਨੂੰ ਮੌਕ ਡਰਿਲ ਕਹਿੰਦੇ ਨੇ ਜੀ। ਸੋ ਇਸ ਲਈ, ਔਰ ਦੂਸਰੀ ਗੱਲ, ਪੰਜਾਬ 'ਚ ਨਿਤ ਦਿਨ ਘਟਨਾਵਾਂ ਵਾਪਰਦੀਆਂ, ਨਿਤ ਦਿਨ ਵਾਰਦਾਤਾਂ ਹੁੰਦੀਆਂ, ਨਿਤ ਦਿਨ ਨਸ਼ਾ ਸਪਲਾਈ ਹੁੰਦਾ, ਫਿਰ ਇੱਕ ਦਿਨ ਦੀ ਕਾਰਵਾਈ ਕਿਉਂ ਵੀ? ਪੁਲਿਸ ਰੱਖੀ ਉਹ ਕਾਹਦੇ ਲਈ ਹੈ? ਹੁਣ ਕਹਿੰਦੇ ਜੀ ਨਜਾਇਜ਼ ਹਥਿਆਰ ਪੰਜਾਬ ਦੇ ਵਿੱਚ ਜੀ ਗਲਤ ਦਸਤਾਵੇਜ਼ਾਂ ਨਾਲ ਲਾਇਸੈਂਸ ਮਿਲ ਗਏ ਜੀ। ਕੁਝ ਲੋਕਾਂ ਨੇ ਕਹਿੰਦੇ ਜੀ ਗਲਤ ਦਸਤਾਵੇਜ਼ ਬਣਾ ਕੇ ਲਾਇਸੈਂਸ ਲੈ ਲਏ ਜੀ। ਕੁਝ ਮਾੜੇ ਲੋਕਾਂ ਕੋਲ ਲਾਇਸੈਂਸ ਚੱਲ ਗਏ ਜੀ, ਉਹ ਨਹੀਂ ਜਾਣੇ ਚਾਹੀਦੇ ਸੀ। ਉਹ ਭਾਈ ਦਿੱਤੇ ਕਿਹਨੇ ਨੇ? ਪੁਲਿਸ ਦੀ ਸਿਫਾਰਿਸ਼ ਨਾਲ। ਪੁਲਿਸ
ਜੇਕਰ ਕੈਪਟਨ ਦੀ ਸਰਕਾਰ ਦੇ ਵਿੱਚ ਗਲਤ ਲੋਕਾਂ ਦੀ ਉਹਨਾਂ ਨੇ ਸਿਫਾਰਿਸ਼ ਕੀਤੀ, ਜੇਕਰ ਬਾਦਲ ਦੀ ਸਰਕਾਰ 'ਚ ਉਹਨਾਂ ਨੇ ਗਲਤ ਲੋਕਾਂ ਦੀ ਸਿਫਾਰਿਸ਼ ਕੀਤੀ, ਤਾਂ ਸਿਫਾਰਿਸ਼ ਆਈ ਕਿਹਦੇ ਕੋਲ? ਪੁਲਿਸ ਕੋਲ, ਪੁਲਿਸ ਦੇ ਅਧਿਕਾਰੀਆਂ ਕੋਲ। ਜੇ ਉਹਨਾਂ ਨੇ ਮੋਹਰ ਲਾਈ, ਦਸਤਖਤ ਲਾਏ, ਤਾਂ ਲਾਇਸੈਂਸ ਮਿਲੇ ਨਾ। ਤੇ ਫਿਰ ਉੱਥੇ ਇਮਾਨਦਾਰੀ ਪੁਲਿਸ ਤਾਂ ਉਹੀ ਹੈ ਜਿਹੜੀ ਕੈਪਟਨ ਕੋਲ ਸੀ, ਜਿਹੜੀ ਬਾਦਲਾਂ ਕੋਲ ਸੀ, ਉਹੀ ਭਗਵੰਤ ਮਾਨ ਕੋਲ ਹੈ। ਤੇ ਕੀ ਭਗਵੰਤ ਮਾਨ ਹੋਰੀ ਆਪਣੀ ਪਾਰਟੀ ਮੰਗੇ ਉਹ ਤੋਂ ਕੰਮ ਕਰਦੇ ਨੇ? ਅਚਾਨਕ ਸਟੇਜ ਤੇ ਕੇਜਰੀਵਾਲ ਜੀ ਆਏ, ਐਲਾਨ ਕੀਤਾ ਕਿ ਇੰਨੀਆਂ ਵੋਟਾਂ ਭਗਵੰਤ ਮਾਨ ਦੇ ਹੱਕ 'ਚ ਨਿਕਲੀਆਂ, ਅਸੀਂ ਇਹਨੂੰ ਮੁੱਖ ਮੰਤਰੀ ਦਾ ਚਿਹਰਾ ਲਾਉਂਦੇ ਹਾਂ। ਭਗਵੰਤ ਮਾਨ ਹੈਰਾਨ ਹੋ ਗਿਆ, ਖੈਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ? ਉਹਦੀਆਂ ਅੱਖਾਂ 'ਚੋਂ ਪਾਣੀ ਆ ਗਿਆ, ਉਹਨੇ ਕੇਜਰੀਵਾਲ ਨੂੰ ਜੱਫੀ ਪਾ ਲਈ ਤੇ ਜੀ ਮੁੱਖ ਮੰਤਰੀ ਲਾਉਣ ਤੇ। ਇਹ ਡਰਾਮਾ ਰਾਜਨੀਤਿਕ ਪਾਰਟੀਆਂ 'ਚ ਚੱਲਦਾ ਹੈ। ਪਤਾ ਸਾਰਿਆਂ ਨੂੰ ਸੀਗਾ ਕਿ ਹਾਂ ਭਗਵੰਤ ਮਾਨ ਨਹੀਂ ਐਲਾਨਣਾ ਅੱਜ, ਪਰ ਉਹ ਡਰਾਮਾ ਕੇਜਰੀਵਾਲ ਨੇ ਕੀਤਾ। ਮੁੱਖ ਮੰਤਰੀ ਬਣਨ ਤੋਂ ਬਾਅਦ ਕੇਜਰੀਵਾਲ ਦੇ ਗਏ, ਪੈਰੀ ਹੱਥ ਲਾਏ, ਵੀਡੀਓ ਲੀਕ। ਉਹ ਵੀਡੀਓ ਬਣਾਈ ਆ ਭਾਈ ਤੁਸੀਂ, ਤੇ ਫਿਰ ਭਗਵੰਤ ਮਾਨ ਨੇ ਵੀ ਬਣਾ ਲਈ ਕਿ ਆਜਾ ਰਾਘਵ ਚੱਡਾ ਲਾ ਪੈਰੀ ਹੱਥ, ਮੈਂ ਵੀ ਬਣਾਉਣਾ। ਅਗਲੇ ਨੇ ਵੀਡੀਓ ਬਣਾਤੀ ਕਿ ਲੈ ਲਵਾ ਲੈ ਮੈਂ ਵੀ ਪੈਰੀ ਹੱਥ। ਉਹ ਵੀਡੀਓ ਬਣਾਈ। ਉਸੇ ਤਰ੍ਹਾਂ ਉਹ ਡਰਾਮਾ ਜਿਹੜਾ ਪਾਰਟੀ 'ਚ ਹੁੰਦਾ, ਉਹੀ ਫਾਰਮੂਲਾ ਪੁਲਿਸ 'ਚ ਵਰਤਿਆ ਕਿ ਇੱਕ ਦਿਨ ਪੁਲਿਸ ਭੇਜ ਦੋ, ਨਾਲੇ ਦੱਸ ਕੇ ਭੇਜ ਦੋ, ਕਹਿਣ ਨੂੰ ਕਾਰਵਾਈ ਵੀ ਹੋ ਗਈ। ਸੋ ਇਹ ਰਾਜਨੀਤਿਕ ਡਰਾਮਾ ਹੈ, ਪੁਲਿਸ ਨੂੰ ਲਗਾਤਾਰ ਪੈਰਵੀ ਕਰਨੀ ਪੈਣੀ। ਪੰਜਾਬ 'ਚ ਦੋ ਤਰ੍ਹਾਂ ਦੀ ਫਿਕਰਮੰਦੀ ਹੈ ਜਤਿੰਦਰ ਜੀ ਆਮ ਲੋਕਾਂ 'ਚ। ਪਹਿਲੀ ਫਿਕਰਮੰਦੀ ਇਸ ਗੱਲ ਨੂੰ ਲੈ ਕੇ ਆ ਕਿ ਕੀ ਗੈਂਗਸਟਰਵਾਦ ਰੁਕੇਗਾ, ਕੀ ਨਜਾਇਜ਼ ਹਥਿਆਰ ਫੜੇ ਜਾਣਗੇ, ਕੀ ਗਲਤ ਲੋਕਾਂ ਕੋਲ ਜਿਹੜੇ ਹਥਿਆਰ ਨੇ ਉਹਨਾਂ ਦੇ ਲਾਇਸੈਂਸ ਰੱਦ ਹੋਣਗੇ, ਜਿਹੜੇ ਲੋਕ ਭੜਕਾਊ ਭਾਸ਼ਣਬਾਜ਼ੀ ਕਰਦੇ ਨੇ, ਚਾਹੇ ਉਹ ਕਿਸੇ ਧਰਮ ਦੇ ਨੇ, ਕਿਸੇ ਫਿਰਕੇ ਦੇ ਨੇ, ਉਹਨਾਂ ਤੇ ਸਖਤੀ ਹੋਊਗੀ। ਦੂਸਰੇ ਪਾਸੇ ਲੋਕਾਂ ਨੂੰ ਪੰਜਾਬ ਪੁਲਿਸ ਦੀ ਪੁਰਾਣੀ ਕਾਰਗੁਜ਼ਾਰੀ ਦਾ ਇਤਿਹਾਸ ਵੀ ਪਤਾ ਹੈ ਕਿ ਕਿਤੇ ਉਹਦੀ ਆੜ ਦੇ ਵਿੱਚ ਜਾਇਜ਼ ਲੋਕਾਂ ਨੂੰ ਤੰਗ ਨਾ ਕਰਨ ਲੱਗ ਜਾਵੇ, ਜਾਇਜ਼ ਲੋਕਾਂ ਦੇ ਪਰਚੇ ਨਾ ਪੈਣ ਲੱਗ ਜਾਣ, ਉਹਦੀ ਆੜ 'ਚ ਲੋਕਾਂ ਨੂੰ ਫਿਰ ਝੂਠੇ ਪੁਲਿਸ ਮੁਕਾਬਲਿਆਂ ਵੱਲ। ਪੰਜਾਬ ਪੁਲਿਸ ਦਾ ਉਹ ਵੀ ਡਰ ਖੜਾ। ਸੋ ਲੋਕ ਦੋਏ ਫਿਕਰਮੰਦੀ 'ਚ ਨੇ। ਪੰਜਾਬ ਅਮਨ ਚਾਹੁੰਦਾ ਹੈ, ਪੰਜਾਬ ਸ਼ਾਂਤੀ ਚਾਹੁੰਦਾ ਹੈ, ਪਰ ਮੌਕ ਡਰਿਲ ਵਰਗੀ ਕਾਰਵਾਈ ਨਹੀਂ ਚਾਹੁੰਦਾ ਜਿਹਦੇ ਵਿੱਚ ਕਹਿਣ ਜੀ ਇੰਨੇ ਹਥਿਆਰ ਮਿਲ ਗਏ ਜੀ, ਇੰਨੇ ਗ੍ਰਾਮ ਫੀਮ ਮਿਲ ਗਈ ਜੀ, ਇੰਨੇ ਗ੍ਰਾਮ ਭੁੱਕੀ ਮਿਲ ਗਈ ਜੀ, ਇੰਨਾ ਚਿੱਟਾ ਮਿਲ ਗਿਆ ਜੀ। ਉਹ ਭਾਈ ਟਨਾਂ ਦੇ ਹਿਸਾਬ ਨਾਲ ਹੈ ਪੰਜਾਬ 'ਚ ਹਥਿਆਰ ਵੀ ਤੇ ਚਿੱਟਾ ਵੀ। ਤੇ ਉਹਦੀ ਬਰਾਮਦਗੀ ਦੇ ਲਈ 24 ਘੰਟਿਆਂ ਦੀ ਇਹ ਕਾਰਵਾਈ ਨਹੀਂ ਚਾਹੀਦੀ, ਉਹਦੇ ਲਈ ਸਖਤ ਪਲਾਨ ਯੋਜਨਾ ਚਾਹੀਦੀ ਆ ਤਾਂ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਵੀ ਨਾ ਹੋਵੇ ਔਰ ਪਤਾ ਵੀ ਨਾ ਲੱਗੇ ਕਿ ਪੁਲਿਸ ਨੇ ਕਾਰਵਾਈ ਕਰ ਲਈ। ਜੀ ਜੀ। ਤਾਂ ਦੀਪ ਜੀ, ਰਹਿੰਦੇ ਸਕਿੰਟਾਂ ਦੇ ਵਿੱਚ ਗੱਲ ਕਰ ਲੈਂਦੇ ਆ। ਕਹਿੰਦੇ ਕਿ ਜਿਹੜੇ ਹੁਣ ਪਿੱਛੇ ਜੇ ਨਾਇਬ ਤਹਿਸੀਲਦਾਰ ਭਰਤੀ ਕੀਤੇ ਗਏ ਸੀ, ਕਹਿੰਦੇ ਕਿ ਉਹ ਭਰਤੀਆਂ ਕਰਵਾਉਣ ਦੇ ਲਈ 20 25 ਲੱਖ ਰੁਪਏ ਲਏ ਗਏ ਸੀ ਤੇ 5 ਬੰਦੇ ਵੀ ਉਹਨਾਂ ਨੇ ਗ੍ਰਿਫਤਾਰ ਕੀਤੇ। ਬਿਲਕੁਲ, ਪੰਜਾਬ ਪੁਲਿਸ ਨੇ ਦਮ ਭਰਿਆ ਕਿ ਅਸੀਂ ਅਜਿਹੇ 5 ਬੰਦੇ ਫੜੇ ਨੇ ਜਿਹੜੇ ਪੇਪਰ ਲੀਕ ਕਰਾ ਕੇ ਉਸ ਨੂੰ ਪਾਸ ਕਰਾ ਕੇ ਉਹਦੇ ਉੱਤੇ ਕਾਰਵਾਈ ਕਰਾਉਂਦੇ ਸੀ ਤੇ ਉਹਦੇ ਲਈ 20 ਤੋਂ 22 ਲੱਖ ਅਦਾਇਗੀ ਹੋਈ ਹੈ। ਸੋ ਇਸ ਹਵਾਲੇ ਨਾਲ ਮਤਲਬ ਕਿ ਪੰਜਾਬ ਪੁਲਿਸ ਆਪਣੀ ਪਿੱਠ ਥਾਪੜ ਸਕਦੀ ਹੈ ਕਿ ਅਸੀਂ ਇੱਕ ਗਰੋਹ ਵੱਡਾ ਫੜਿਆ। ਇਹਦੇ ਨਾਲ ਪੰਜਾਬ ਸਰਕਾਰ ਵੀ ਕਹਿ ਸਕਦੀ ਹੈ ਕਿ ਦੇਖੋ ਅਸੀਂ ਜਿਹੜੀਆਂ ਇਹ ਭਰਤੀਆਂ ਨੇ ਜਾਂ ਕੁਛ ਨੇ, ਅਸੀਂ ਉਹਦੇ 'ਚ ਨਿਰਪੱਖਤਾ ਲਿਆ ਰਹੇ ਹਾਂ। ਪਰ ਹੁਣ ਇਸ ਮਾਮਲੇ ਨੂੰ ਜਿਵੇਂ ਕੋਰਟ 'ਚ ਲਟਕੇਗਾ, ਉਹਦੇ ਨਾਲ ਇੱਕ ਫਿਕਰਮੰਦੀ ਖੜੀ। ਇੱਕ ਤਾਂ ਜਿਹੜੇ ਬੱਚਿਆਂ ਨੇ ਪੈਸੇ ਦੇ ਕੇ ਸੱਚਮੁੱਚ ਪੇਪਰ ਪਾਸ ਹੋਏ ਨੇ ਜੀ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋ ਜਾਣੀ ਹੈ ਕਿ ਤੁਸੀਂ ਕਿਉਂ ਦਿੱਤਾ। ਪਰ ਜਿਹੜੇ ਜੈਨੂਇਨ ਤਰੀਕੇ ਨਾਲ ਉਸ 'ਚ ਆ ਗਏ, ਕਿਤੇ ਉਹ ਵੀ ਉਸ ਘੇਰੇ 'ਚ ਨਾ ਆ। ਜਿਹੜੇ ਆਪਣੇ ਇੱਕ ਤਰੀਕਾ ਤੁਹਾਨੂੰ ਮੈਂ ਸਿੰਪਲ ਜਿਹਾ ਦੱਸਦਾ ਕਿ ਉਹ ਟੀਚਰ ਭਰਤੀ ਵਾਲਾ ਪੇਪਰ ਹੁੰਦਾ ETT ਦਾ। ਇੱਕ ਬੰਦੇ ਨੇ ਫਾਰਮੂਲਾ ਕੱਢਿਆ, ਉਹਨੇ ਕਹਿਣਾ ਕਿ ਮੈਂ ਪੇਪਰ ਪਾਸ ਕਰਾ ਦਿੰਦਾ ਕਿ ਤੁਸੀਂ 20,000 ਰੁਪਇਆ ਮੈਨੂੰ ਦੇ ਦਿਓ, ਪੇਪਰ ਪਾਸ ਹੋ ਜਾਊਗਾ। ਕਈ ਲੋਕਾਂ ਨੇ ਪੇਪਰ ਆਪਣੀ ਮਿਹਨਤ ਨਾਲ ਵੀ ਦੇਣਾ, 20,000 ਉਹਨੂੰ ਵੀ ਦੇ ਦੇਣਾ। ਉਹਨੇ ਸਵੇਰੇ ਜਾ ਕੇ 3 ਵਜੇ ਅਖਬਾਰ ਚੱਕ ਲੈਣੀ ਜਿੱਦਣ ਲਿਸਟ ਆਉਣੀ, ਜਿਹਦੇ ਤਾਂ ਆ ਗਏ ਨੰਬਰ ਉਹਨੂੰ ਤਾਂ ਕਹਿਣਾ ਮੈਂ ਕਰਾਇਆ, ਜਿਹਦਾ ਨਹੀਂ ਆਇਆ ਉਹਨੂੰ ਆਪੇ ਪੈਸੇ ਮੋੜ ਦੇਣ। ਲੋਕਾਂ ਨੂੰ ਬੜਾ ਇਮਾਨਦਾਰ ਆ ਵੀ ਯਾਰ ਤੇਰਾ ਕੰਮ ਨਹੀਂ ਹੋ ਸਕਿਆ 20,000। ਪਾਸ ਜਾਣਾ ਆਪਣੇ ਹਿਸਾਬ ਨਾਲ ਹੁੰਦਾ ਸੀ, ਪੈਸੇ ਉਹ ਆਪੇ ਖਾ ਜਾਂਦਾ ਸੀ। ਕਿਤੇ ਐ ਨਾ ਹੋਵੇ ਕਿ ਬੱਚੇ ਪਾਸ ਕਈ ਆਪਣੇ ਹਵਾਲੇ ਨਾਲ ਹੋਏ ਹੋਣ ਪਰ ਉਹ ਬਦਨਾਮੀ ਉਸ ਘੇਰੇ 'ਚ ਆ ਜਾਣ ਕਿ ਪੈਸੇ ਵੀ ਦਿੱਤੇ ਨੇ। ਤੇ ਦੂਸਰਾ ਇਹ ਤੇ ਥੱਲੇ ਜਿਹੜੀ ਲਿਸਟ ਰਹੇਗੀ, ਜੇ ਜੈਨੂਇਨ ਬੱਚੇ ਨੇ, ਫਿਰ ਕੀ ਉਹਨਾਂ ਨੂੰ ਤਹਿਸੀਲਦਾਰ ਰੱਖੋਗੇ, ਕਿ ਉਹਨੂੰ ਨਾਇਬ ਤਹਿਸੀਲਦਾਰ ਰੱਖੋਗੇ, ਜਾਂ ਉਹਨਾਂ ਨੂੰ ਦੁਬਾਰਾ ਫਿਰ ਪੇਪਰ ਦੀ ਪ੍ਰਕਿਰਿਆ 'ਚ ਲਗਾਓਗੇ? ਇਹਨਾਂ ਚੀਜ਼ਾਂ ਦੇ ਉੱਤੇ ਵੀ ਸੋਧ ਕਰਨ ਦੀ ਲੋੜ ਹੈ। ਸੋ ਕਿਤੇ ਨਾ ਕਿਤੇ ਕੱਲ੍ਹ ਦੀ ਇਹ ਕਾਰਵਾਈ, ਮੈਨੂੰ ਲੱਗਦਾ ਅਜਿਹੀ ਕਾਰਵਾਈ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਅਜਿਹੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ, ਚਾਹੇ ਗਰੋਹ ਨੇ, ਚਾਹੇ ਉਹ ਸਰਕਾਰ ਦੀ ਸ਼ੈਅ ਨਾਲ ਚੱਲਦੇ ਨੇ, ਚਾਹੇ ਰਾਜਨੀਤਿਕ ਧਿਰਾਂ ਦੀ ਸ਼ੈਅ ਨਾਲ ਚੱਲਦੇ ਨੇ, ਚਾਹੇ ਅਫਸਰਸ਼ਾਹੀ ਦੀ ਸ਼ੈਅ ਨਾਲ ਚੱਲਦੇ ਨੇ, ਚਾਹੇ ਆਪਣੇ ਸਿਰ ਤੇ ਚੱਲਦੇ ਨੇ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਲੋਕਾਂ ਨੂੰ ਪਾਰਦਰਸ਼ਤਾ ਨਾਲ ਭਰਤੀ ਪ੍ਰਕਿਰਿਆ, ਦਫ਼ਤਰੀ ਕੰਮਕਾਜਾਂ 'ਚ ਸਹੂਲਤ ਮਿਲਣੀ ਚਾਹੀਦੀ। ਜੀ। ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥਲ ਜੀ ਇਹਨਾਂ ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ TV। ਸਤਿ ਸ਼੍ਰੀ ਅਕਾਲ।